ਹਾਲੇਲੂਇਆ, ਪ੍ਰੇਜ਼ ਦ ਲਾਰਡ। ਆਪ ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਅੱਜ ਅਸੀਂ ਪ੍ਰਕਾਸ਼ ਦੀ ਪੋਥੀ ਦਾ 7ਵੇਂ ਚੈਪਟਰ ਦਾ ਅਧਿਐਨ ਕਰਾਂਗੇ। ਹਾਲੇਲੂਇਆ, ਧੰਨਵਾਦ ਪਿਤਾ ਜੀ। ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ। ਉੱਪਰ ਲਿਖਿਆ ਮੋਹਰ ਲਾਏ ਹੋਏ ਇਸਰਾਏਲੀ। ਇਸਰਾਇਲ ਦਾ ਮਤਲਬ ਹੈਗਾ ਪਰਮੇਸ਼ਰ ਦੇ ਲੋਕ, ਠੀਕ ਹੈ ਜੀ। ਬਾਕੀ ਤੁਸੀਂ ਸਮਝਦਾਰ ਹੋ। ਇੱਥੇ ਲਿਖਿਆ ਇਹ ਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂਟਾਂ ਉੱਤੇ 4 ਦੂਤ ਖਲੋਤੇ ਹੋਏ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ, ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਅਤੇ ਮੈਂ ਇੱਕ ਹੋਰ ਦੂਤ ਨੂੰ, ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ। ਅਤੇ ਉਸਨੇ ਉਹਨਾਂ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ, ਮੈਂ ਉਹਨਾਂ ਦੀ ਗਿਣਤੀ ਸੁਣੀ, ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ। ਯਹੂਦਾ ਦੇ ਗੋਤ ਵਿੱਚੋਂ 12,000 ਤੇ ਮੋਹਰ ਲੱਗੀ। ਰੂਬੇਨ ਦੇ ਗੇਤ ਵਿੱਚੋਂ 12,000, ਗਾਦ ਦੇ ਗੋਤ ਵਿੱਚੋਂ 12,000, ਆਸ਼ੇਰ ਦੇ ਗੋਤ ਵਿੱਚੋਂ 12,000, ਨਫਤਾਲੀ ਦੇ ਗੋਤ ਵਿੱਚੋਂ 12,000, ਮਨੱਸ਼ੇ ਦੇ ਗੋਤ ਵਿੱਚੋਂ 12,000, ਸ਼ਿਮੋਨ ਦੇ ਗੋਤ ਵਿੱਚੋਂ 12,000, ਲੇਵੀ ਦੇ ਗੋਤ ਵਿੱਚੋਂ 12,000, ਯਿਸਾਕਾਰ ਦੇ ਗੋਤ ਵਿੱਚੋਂ 12,000, ਜ਼ਬੂਲੂਨ ਦੇ ਗੋਤ ਵਿੱਚੋਂ 12,000, ਯੂਸਫ ਦੇ ਗੋਤ ਵਿੱਚੋਂ 12,000, ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ। ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉਮਤਾਂ ਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ, ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ। ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, ਮੁਕਤੀ ਸਾਡੇ ਪਰਮੇਸ਼ਰ ਵੱਲੋਂ, ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ। ਸਾਰੇ ਦੂਤ ਸਿੰਘਾਸਨ ਦੇ ਅਤੇ ਬਜ਼ੁਰਗਾਂ ਦੇ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ। ਤਾਂ ਉਹ ਸਿੰਘਾਸਨ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ਰ ਨੂੰ ਮੱਥਾ ਟੇਕਿਆ ਅਤੇ ਬੋਲੇ, ਆਮੀਨ। ਸਾਡੇ ਪਰਮੇਸ਼ਰ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰਥਾ ਅਤੇ ਸ਼ਕਤੀ ਜੁਗੋ ਜੁਗ ਹੋਵੇ, ਆਮੀਨ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ, ਭਾਈ ਇਹ ਜਿਨ੍ਹਾਂ ਚਿੱਟੇ ਵਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ? ਫਿਰ ਮੈਂ ਉਹਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਹਨੂੰ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਵਿਪਤਾ ਵਿੱਚੋਂ ਆਉਂਦੇ ਹਨ, ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ। ਇਸ ਕਰਕੇ ਉਹ ਪਰਮੇਸ਼ਰ ਦੇ ਸਿੰਘਾਸਨ ਦੇ ਮੋਹਰੇ ਹਨ ਅਤੇ ਉਹਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ। ਅਤੇ ਉਹ ਜਿਹੜੇ ਸਿੰਘਾਸਨ ਉੱਤੇ ਬਿਰਾਜਮਾਨ ਹੈ, ਆਪਣਾ ਡੇਰਾ ਉਹਨਾਂ ਦੇ ਉੱਤੇ ਤਾਣੇਗਾ। ਉਹ ਫਿਰ ਭੁੱਖੇ ਨਾ ਹੋਣਗੇ, ਨਾ ਫਿਰ ਤਿਆਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਨਾ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਨ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ ਤੇ ਉਹਨਾਂ ਨੂੰ ਅੰਮ੍ਰਿਤ ਜਲ ਦੀਆਂ ਸੋਤਾਂ ਕੋਲ ਲੈ ਜਾਵੇਗਾ, ਤੇ ਪਰਮੇਸ਼ਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਜੂ ਪੋਂਛ ਦੇਵੇਗਾ। ਹਾਲੇਲੂਇਆ, ਧੰਨਵਾਦ ਪਰਮੇਸ਼ਰ। ਤੇ ਸਾਫ਼ ਲਿਖਿਆ ਕਿ ਕਿਹੜੇ ਲੋਕ ਪਰਮੇਸ਼ਰ ਦੇ ਰਾਜ ਵਿੱਚ, ਜਿਹੜਾ ਪਹਿਲਾ ਰੈਪਚਰ ਹੋਣਾ, ਉਹਨਾਂ ਦੀ ਗੱਲ ਕਰਦੇ ਪਏ ਆ। ਕਿਉਂਕਿ ਦੇਖੋ, ਗੱਲ ਕਰਦੇ ਹਾਂ, ਸਾਰਿਆਂ ਦੀ ਆਪਣੀ ਆਪਣੀ ਸੋਚ ਆ, ਠੀਕ ਹੈ ਜੀ। ਕਿਸੇ ਨੂੰ ਇਹ ਲੱਗਦਾ, ਕਿਸੇ ਨੂੰ ਇਹ ਲੱਗਦਾ, ਕਿਸੇ ਨੂੰ ਇਹ ਲੱਗਦਾ, ਠੀਕ ਹੈ ਜੀ। ਬਾਕੀ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਹ ਲੋਕ ਇਹ ਉਹੀ ਆ, ਪਰ ਇਹ ਨਹੀਂ ਕਹਿ ਸਕਦੇ ਕਿ ਰੈਪਚਰ ਕਦੋਂ ਹੋਣਾ ਹੈ। ਇਹ ਪਰਮੇਸ਼ਰ ਹੀ ਜਾਣਦੇ ਆ, ਪਰਮੇਸ਼ਰ ਦੀ ਸੋਚ ਨੂੰ ਅਸੀਂ ਜਾਣ ਨਹੀਂ ਸਕਦੇ, ਠੀਕ ਹੈ ਜੀ। ਇੱਥੇ ਇਹ ਲਿਖਿਆ ਕਿ ਕੀ ਲਿਖਿਆ? ਇੱਥੇ ਲਿਖਿਆ ਗਿਆ ਆ ਕਿ 4 ਦੂਤ ਸੀ, ਜਿਨ੍ਹਾਂ ਨੇ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ। ਜਿਹੜੇ ਮਤਲਬ ਕਿ ਕਹਿਣ ਦਾ ਮਤਲਬ ਇਹ ਆ ਕਿ ਉਹ ਜਿਹੜੇ ਹੈਗੇ ਆ ਲੋਕ, ਉਹਨਾਂ ਨੂੰ ਅਧਿਕਾਰ ਸੀ ਕਿ ਧਰਤੀ ਉੱਤੇ, ਸਮੁੰਦਰ ਤੇ ਜਾਂ ਕਿਸੇ ਰੁੱਖ ਉੱਤੇ ਨਾ ਮਤਲਬ ਕਿ ਪਾਉਣ ਨੂੰ ਨਾ ਵਗਾਉਣ, ਹਨਾ ਜੀ।
ਤੇ ਇੱਥੇ ਲਿਖਿਆ ਆ, ਕਹਿੰਦੇ ਕਿ ਇੱਕ ਹੋਰ ਦੂਤ ਮੈਂ ਦੇਖਿਆ। ਕੀ ਦੇਖਿਆ? ਉਹਦੇ ਕੋਲ ਕੀ ਆ? ਅਕਾਲ ਪੁਰਖ ਦੀ ਮੋਹਰ ਸੀ। ਚੜ੍ਹਦੇ ਪਾਸੇ ਉੱਠਦਿਆਂ ਵੇਖਿਆ ਅਤੇ ਉਹਨਾਂ ਚਾਹਾਂ ਦੂਤਾਂ ਨੂੰ ਕੀ ਕਿਹਾ ਕਿ ਜਿੰਨੀ ਮੋਟੀ ਤੁਹਾਨੂੰ ਮੈਂ ਗੱਲ ਦੱਸ, ਇੱਥੇ ਇਹ ਲਿਖਿਆ ਕਿ ਉਹਨਾਂ ਨੇ ਮੋਟੀ ਇਹੀ ਦੱਸਿਆ ਕਿ ਜਿਹੜੇ ਪਰਮੇਸ਼ਰ ਦੇ ਲੋਕ ਆ, ਜਿੰਨ ਚਿਰ ਉਹਨਾਂ ਦੇ ਸਿਰ ਤੇ ਮੋਹਰ ਨਹੀਂ ਲੱਗ ਜਾਂਦੀ, ਤੁਸੀਂ ਹਾਲੇ ਕੁਛ ਨਾ ਕਰਿਓ, ਹਨਾ ਜੀ। ਇਹ ਲਿਖਿਆ ਆ। ਤੇ ਅੱਗੇ ਲਿਖਿਆ ਵੀ 1,44,000 ਜਿਹੜੇ ਲੋਕ ਹੋਣਗੇ ਉਹ ਕਿਹੜੇ ਗੋਤਰ ਵਿੱਚ ਆਉਣੇ ਆ। ਜਿਹੜਾ 12 ਗੋਤਰ ਆ, ਤੇ 12 ਗੋਤਰ ਵਿੱਚੋਂ 12,000 ਹੀ ਆ, 12,000। ਅੱਗੇ ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਰ ਦੇ ਲੋਕ ਜਿਹੜੇ ਪਰਮੇਸ਼ਰ ਦੇ ਕੋਲ ਪਹੁੰਚ ਗਏ ਆ, ਹਨਾ, ਉਹ ਪਰਮੇਸ਼ਰ ਦੀ ਉਪਾਸਨਾ ਕਰਦੇ ਆ, ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਆ, ਹਨਾ ਜੀ। ਅਸੀਂ ਦੇਖਦੇ ਹਾਂ ਇੱਥੇ ਸਾਰਾ ਜਿੱਥੋਂ ਆਪਾਂ ਪੜ੍ਹਦੇ ਹਾਂ, ਆਪਾਂ ਜਦੋਂ ਆਪਾਂ 5 ਤੋਂ ਪੜ੍ਹਦੇ ਹਾਂ, 5 ਤੋਂ ਲੈ ਕੇ 8 ਤੱਕ ਪੜ੍ਹਦੇ ਹਾਂ, ਉੱਥੇ ਤਾਂ ਗੋਤਰ ਬਾਰੇ ਲਿਖਿਆ ਕਿੰਨੇ ਗੋਤਰ 'ਚ ਕਿੰਨੇ ਲੋਕ ਹੋਣਗੇ ਜਿਹੜੇ ਚੁਣੇ ਜਾਣਗੇ, ਠੀਕ ਹੈ ਜੀ। ਅੱਗੇ ਆਪਾਂ ਜਦੋਂ ਦੇਖਦੇ ਹਾਂ ਤੇ ਲਿਖਿਆ ਆ ਕਿ ਜਿਹੜੇ 12 ਗੋਤਰ ਵਾ, ਹਨਾ ਜੀ, ਉਹ ਜਿਹੜੇ ਹੈਗੇ ਆ ਉਹ ਪਰਮੇਸ਼ਰ ਨੂੰ ਦੰਡਵਤ ਕਰਦੇ ਆ, ਦੰਡਵਤ। ਇਹ ਲਿਖਿਆ ਆ। ਤੇ ਅੱਗੇ ਲਿਖਿਆ ਆ ਕਿ ਪਰਮੇਸ਼ਰ ਨੇ ਇੱਥੇ ਕਿਹਾ ਕਿ ਇੱਕ ਬਜ਼ੁਰਗ ਆ, ਉਹ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਦਾ ਕਹਿੰਦੇ ਕੌਣ ਹੈ, ਇਹ ਲੋਕ ਕਿੱਥੋਂ ਆਏ ਆ। ਤੇ ਉੱਥੇ ਉਹਨੇ ਯੂਹੰਨਾ ਜਿਹੜੇ ਪਰਮੇਸ਼ਰ ਦਾ ਪਿਆਰਾ ਚੇਲਾ ਸੀ, ਉਹਨੇ ਕੀ ਕਿਹਾ? ਕਹਿੰਦੇ ਪ੍ਰਭੂ ਜੀ ਤੁਸੀਂ ਹੀ ਜਾਣੋ। ਤਾਂ ਉਹਨਾਂ ਨੇ ਫਿਰ ਦੱਸਿਆ ਕਿ ਇਹ ਉਹ ਲੋਕ ਆ ਜਿਹੜੇ ਬਿਪਤਾ ਵਿੱਚੋਂ ਨਿਕਲ ਕੇ ਆਏ ਆ ਤੇ ਲੇਲੇ ਦੇ ਲਹੂ ਨਾਲ ਧੋਤੇ ਗਏ ਤੇ ਚਿੱਟਾ ਕੀਤਾ। ਦੇਖੋ ਮੇਰੇ ਅਜ਼ੀਜ਼ੋ, ਜੇ ਅੱਜ ਇੱਥੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਗਰ ਸਾਡੇ ਤੇ ਕੋਈ ਬਿਪਤਾ ਹੁੰਦੀ ਆ ਤੇ ਜ਼ਰੂਰੀ ਨਹੀਂ ਹੈ ਕਿ ਉਹ ਅਜ਼ਮਾਇਸ਼ ਹੀ ਆ, ਠੀਕ ਹੈ ਜੀ। ਤੇ ਜ਼ਰੂਰੀ ਨਹੀਂ ਹੈ ਕਿ ਕੀ ਕਹਿੰਦੇ ਨੂੰ ਗੱਲ ਕਰਦੇ ਆ ਕਿ ਪਰਮੇਸ਼ਰ ਵੱਲੋਂ, ਹਾਲਾਂਕਿ ਪਰਮੇਸ਼ਰ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦਿੰਦਾ, ਇਹ ਸ਼ੈਤਾਨ ਆ, ਠੀਕ ਹੈ ਜੀ। ਪਰ ਕਈ ਵਾਰੀ ਪਰਖ ਵੀ ਹੁੰਦੀ ਆ। ਅਯੂਬ ਦੀ ਪਰਖ ਕੀਤੀ ਸੀ ਨਾ, ਹਨਾ, ਯਾਦ ਆ ਨਾ ਤੁਹਾਨੂੰ। ਤੇ ਮੈਂ ਇਹ ਦੱਸ ਰਹੀ ਹਾਂ ਕਿ ਜਿਹੜੇ ਤਾਂ ਇੱਥੇ ਐਸ਼ੋ ਪ੍ਰਸਤੀ ਜ਼ਿੰਦਗੀ ਜਿੰਦੇ ਪਏ ਆ, ਉਹ ਤਾਂ ਦੁਨੀਆ ਦੇ ਉਹਨਾਂ ਨੂੰ ਸ਼ੈਤਾਨ ਨਾਲ ਕੋਈ ਮਤਲਬ ਨਹੀਂ, ਤੇ ਨਾ ਸ਼ੈਤਾਨ ਨੂੰ ਨਾਲ ਕੋਈ ਮਤਲਬ ਆ, ਕਿਉਂਕਿ ਪਹਿਲਾਂ ਹੀ ਭਟਕੇ ਹੋਏ ਆ, ਹਨਾ ਜੀ। ਕਿਉਂਕਿ ਉਹਨਾਂ ਨੂੰ ਦੁਨਿਆਵੀ ਚੀਜ਼ਾਂ ਨਾਲ ਮੋਹ ਆ ਜ਼ਿਆਦਾ, ਹਨਾ ਜੀ। ਤੇ ਜਿਹੜੇ ਪਰਮੇਸ਼ਰ ਦੇ ਲੋਕ ਆ ਉਹਨਾਂ ਤੇ ਦੁੱਖ ਜ਼ਿਆਦਾ ਹੁੰਦਾ। ਮੇਰੇ ਅਸੀਂ ਨੋਟ ਕਰਿਓ ਗੱਲ ਹੈ, ਜਿਹੜਾ ਬੰਦਾ ਪ੍ਰਾਰਥਨਾ ਜ਼ਿਆਦਾ ਕਰਦਾ, ਵਚਨ ਪੜ੍ਹਦਾ ਆ, ਪਰਮੇਸ਼ਰ ਦੇ ਰਾਹਾਂ ਤੇ ਚੱਲਦਾ, ਉਹਦੇ ਦੁੱਖ ਵੀ ਜ਼ਿਆਦਾ ਹੁੰਦਾ। ਪਰ ਮੇਰੇ ਚੀਜ਼ੋਂ ਬਾਈਬਲ 'ਚ ਲਿਖਿਆ ਕਿ ਤੁਹਾਡੇ ਤੇ ਦੁੱਖ ਆਉਣਾ ਵੀ ਜ਼ਰੂਰੀ ਹੈ, ਜ਼ਰੂਰੀ ਨੇ, ਤੇ ਤੁਸੀਂ ਮੇਰੇ ਨਹੀਂ ਹੈਗੇ। ਪਰਮੇਸ਼ਰ ਸਾਫ਼ ਗੱਲਾਂ 'ਚ ਹੀ ਕਹਿੰਦੇ ਆ, ਠੀਕ ਹੈ ਜੀ। ਤੇ ਇੱਥੇ ਹੀ ਦੱਸਿਆ ਗਿਆ ਕਹਿੰਦੇ ਕਿ ਇਹ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਵੱਡੀ ਵਿਪਤਾ ਵਿੱਚੋਂ ਨਿਕਲ ਕੇ ਆਏ ਆ। ਵੱਡੀ ਵਿਪਤਾ ਕਿਹੜੀ ਆ? ਕਈ ਤਰ੍ਹਾਂ ਦੀ ਹੋ ਸਕਦੀ। ਹੁਣ ਦੇਖੋ, ਗੱਲ ਕਰਦੇ ਹੁਣ ਆਪਾਂ, ਅਸੀਂ ਨਹੀਂ ਜਾਣਦੇ ਕਿ ਕਿਹੜੀ ਮੋਹਰ ਖੁੱਲ ਚੁੱਕੀ ਹੈ, ਵੀ ਪਤਾ ਨਹੀਂ ਖੁੱਲੀ ਹੈ ਕਿ ਹਲੇ ਨਹੀਂ ਖੁੱਲੀ, ਵੀ ਅਸੀਂ ਜਾਣਦੇ ਨਹੀਂ ਹੈਗੇ, ਠੀਕ ਹੈ ਜੀ। ਪਰ ਇਹ ਇੰਨਾ ਕੁ ਸਾਨੂੰ ਪਤਾ ਹੈ ਕਿ ਪਰਮੇਸ਼ਰ ਦਾ ਆਉਣਾ ਨੇੜੇ ਆ। ਪ੍ਰਭੂ ਯਿਸੂ ਮਸੀਹ ਦਾ, ਜਿਹਨੂੰ ਅਸੀਂ ਪਰਮੇਸ਼ਰ ਕਹਿੰਦੇ ਆ, ਉਹਨਾਂ ਦਾ ਆਉਣਾ ਜ਼ਰੂਰੀ ਹੈ। ਉਹਨਾਂ ਦਾ ਆਉਣਾ ਜ਼ਰੂਰੀ ਹੈ ਤੇ ਉਹਨਾਂ ਨੇ ਛੇਤੀ ਹੀ ਆਉਣਾ ਹੈ, ਇਹ ਵੀ ਸਾਨੂੰ ਪਤਾ ਹੈ। ਪਰ ਇੱਕ ਜਿੱਦਾਂ ਬਾਈਬਲ 'ਚ ਲਿਖਿਆ ਕਹਿੰਦੇ ਜਦੋਂ ਚੌਹਾਂ ਕੂਟਾਂ 'ਚ ਪਰਮੇਸ਼ਰ ਦਾ ਬਚਨ, ਪ੍ਰਭੂ ਯਿਸੂ ਮਸੀਹ ਦਾ ਬਚਨ ਫੈਲ ਜਾਵੇਗਾ, ਉਦੋਂ ਹੀ ਯਿਸੂ ਮਸੀਹ ਦਾ ਆਉਣਾ ਹੋਏਗਾ, ਠੀਕ ਹੈ ਜੀ। ਇੱਥੇ ਇਹੀ ਲਿਖਿਆ ਕਹਿੰਦੇ ਕਿ ਉਹ ਲੋਕ ਜਿਹੜੇ ਆ ਬਿਪਤਾ 'ਚੋਂ ਨਿਕਲ ਕੇ ਆਏ ਆ। ਬਿਪਤਾ 'ਚ ਇਹਦਾ ਮਤਲਬ ਕਿ ਅਗਰ ਅਸੀਂ ਬਿਪਤਾ 'ਚ ਅਸੀਂ ਇਸ ਵੇਲੇ ਹੈਗੇ ਆ, ਤੇ ਨਾ ਅਸੀਂ ਬਿਪਤਾ 'ਚ ਹੈਗੇ ਆ, ਪਰਮੇਸ਼ਰ ਦਾ ਨਾਮ ਲੈਂਦੇ ਆ, ਪਰਮੇਸ਼ਰ ਦੇ ਨਾਮ ਨੂੰ ਸਲਾਉਂਦੇ ਆ, ਪਰਮੇਸ਼ਰ ਦੇ ਨਾਮ ਨੂੰ ਵਧਾਉਂਦੇ ਆ, ਪਰਮੇਸ਼ਰ ਦੇ ਆਗਿਆ ਨੂੰ ਮੰਨਦੇ ਆ, ਬਲਕਿ ਸਾਡਾ ਪੱਕਾ ਕਨਫਰਮ ਆ ਕਿ ਅਸੀਂ ਸਵਰਗ 'ਚ ਹੀ ਜਾਵਾਂਗੇ। ਪਰ ਆਪਣੇ ਆਪ ਨੂੰ ਜਾਚੋ ਮੇਰੇ ਅਜ਼ੀਜ਼ੋ, ਆਪਣੇ ਆਪ ਨੂੰ ਜਾਚੋ ਕਿ ਤੁਸੀਂ ਸਵਰਗ ਜਾਣ ਦੇ ਲਾਇਕ ਹੈਗੇ। ਆਪਣੇ ਆਪ 'ਚ ਅੰਦਰ ਝਾਤੀ ਮਾਰੋ ਕਿ ਅੱਜ ਤੁਸੀਂ ਕਿਸੇ ਨਾਲ ਧੋਖਾ ਤਾਂ ਨਹੀਂ ਕੀਤਾ, ਕਿ ਅੱਜ ਤੁਸੀਂ ਕਿਸੇ ਨਾਲ ਝੂਠ ਤਾਂ ਨਹੀਂ ਬੋਲਿਆ, ਕਿ ਅੱਜ ਤੁਸੀਂ ਪਰਮੇਸ਼ਰ ਦੀ ਆਗਿਆ ਦਾ ਨਿਰਾਦਰ ਤਾਂ ਨਹੀਂ ਕੀਤਾ, ਕੀ ਅੱਜ ਤੁਸੀਂ ਪ੍ਰਾਰਥਨਾ ਕੀਤੀ ਹੈ, ਕੀ ਅੱਜ ਤੁਸੀਂ ਵਚਨ ਪੜ੍ਹਿਆ, ਕੀ ਅੱਜ ਤੁਸੀਂ ਆਪਣੇ ਪਰਮੇਸ਼ਰ ਦੀ ਆਗਿਆ ਤੇ ਚੱਲੇ ਸੀ, ਕੀ ਤੁਸੀਂ ਝੂਠ ਤਾਂ ਨਹੀਂ ਬੋਲਿਆ, ਝੂਠੀ ਗਵਾਹੀ ਤਾਂ ਨਹੀਂ ਦਿੱਤੀ, ਕੀ ਅੱਜ ਤੁਸੀਂ ਕਿਸੇ ਗੈਰ ਤੀਵੀਂ ਉੱਤੇ ਅੱਖ ਤਾਂ ਨਹੀਂ ਰੱਖੀ ਸੀ। ਆਪਣੇ ਆਪ ਨੂੰ ਜਾਚੋ। ਪਰ ਮੇਰੇ ਅਜ਼ੀਜ਼ੋ, ਮੈਂ ਹੀ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ, ਦੁਨਿਆਵੀ ਚੀਜ਼ਾਂ ਵੱਲ ਗੌਰ ਨਾ ਕਰੋ। ਬਾਈਬਲ 'ਚ ਲਿਖਿਆ ਕਿ ਅਗਰ ਜਦੋਂ ਤੁਸੀਂ ਸਵਰਗ ਦੀਆਂ ਚੀਜ਼ਾਂ ਵੱਲ ਤਲਾਸ਼ ਕਰੋਗੇ ਤਾਂ ਧਰਤੀ ਦੀਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ, ਹੈ ਨਾ ਜੀ। ਪਰਮੇਸ਼ਰ ਦਾ ਵਚਨ ਝੂਠਾ ਨਹੀਂ ਹੋ ਸਕਦਾ, ਪਰਮੇਸ਼ਰ ਦਾ ਵਚਨ ਬਿਲਕੁਲ ਅਟੱਲ ਹੈ। ਬਾਈਬਲ 'ਚ ਲਿਖਿਆ ਇਹਦੇ ਵਿੱਚੋਂ ਇੱਕ ਬਿੰਦੀ ਵੀ ਨਹੀਂ ਟਲੇਗੀ। ਪਰਮੇਸ਼ਰ ਦਾ ਵਚਨ ਸੱਚਾ ਹੈ। ਪੜ੍ਹ ਕੇ ਦੇਖੋ, ਬਾਈਬਲ 'ਚ ਲਿਖਿਆ ਚੱਕ ਕੇ ਦੇਖੋ ਕਿ ਯਹੋਵਾ ਪਰਮੇਸ਼ਰ ਕਿੰਨਾ ਭਲਾ ਹੈ। ਧੰਨਵਾਦ ਪਰਮੇਸ਼ਰ ਦਾ, ਧੰਨਵਾਦ ਪਿਤਾ ਪਰਮੇਸ਼ਰ ਦਾ।
ਸੁੰਦਰ ਬਚਨ ਲਈ ਬਹੁਤ ਬਹੁਤ ਧੰਨਵਾਦ ਹੈ ਪਰਮੇਸ਼ਰ ਦਾ। ਅੱਗੇ ਕੀ ਲਿਖਿਆ ਬਾਈਬਲ 'ਚ, ਇੱਕ ਗੱਲ ਇੱਥੇ ਹੋਰ ਲਿਖੀ ਗੱਲ ਕੀ ਲਿਖਿਆ, ਕਹਿੰਦੇ ਪਰਮੇਸ਼ਰ ਉਹਨਾਂ ਦੇ ਅੱਖਾਂ 'ਚੋਂ ਅੰਜੂ ਪੂੰਝ ਦੇਵੇਗਾ। ਬਾਈਬਲ 'ਚ ਇਹ ਲਿਖਿਆ ਆ, ਹੋਰ ਲਿਖਿਆ ਆ ਕਿ ਨਾ ਉਹਨਾਂ ਨੂੰ ਧੁੱਪ ਲੱਗੂਗੀ, ਨਾ ਕੋਈ ਲੂ ਉਹਨਾਂ ਤੇ ਪਵੇਗੀ, ਨਾ ਕੋਈ ਪਿਆਸ ਲੱਗੂਗੀ, ਬਲਕਿ ਕੁਝ ਵੀ ਨਹੀਂ। ਪ੍ਰਭੂ ਯਿਸੂ ਮਸੀਹ ਜੋ ਕਿ ਸਾਡਾ ਅਜ਼ਾਲੀ ਹੈ, ਇੱਥੇ ਲੇਲੇ ਦੀ ਗੱਲ ਕੀਤੀ, ਲੇਲਾ ਸਾਡਾ ਯਿਸੂ ਮਸੀਹ ਆ, ਉਹ ਸਾਡਾ ਅਜ਼ਾਲੀ ਹੋਵੇਗਾ ਤਾਂ ਸਾਨੂੰ ਅੰਮ੍ਰਿਤ ਜਲ ਦੀਆਂ ਸੋਤਿਆਂ ਕੋਲ ਲੈ ਜਾਵੇਗਾ ਤੇ ਪਰਮੇਸ਼ਰ ਉਹਨਾਂ ਦੀ ਅੱਖਾਂ 'ਚੋਂ ਹਰੇਕ ਅੰਜੂ ਪੂੰਝੇਗਾ। ਮੇਰੇ ਅਜ਼ੀਜ਼ੋ, ਅੱਜ ਅਗਰ ਅਸੀਂ ਦੁੱਖ ਵਿੱਚ ਆ, ਜਾਂ ਤੁਸੀਂ ਜਾਂ ਮੈਂ ਵੀ ਦੁੱਖ ਵਿੱਚ ਜਾ ਰਹੀ ਹਾਂ, ਮੈਂ ਵੀ ਦੁੱਖ ਜਾ ਰਹੀ ਹਾਂ, ਪਰਮੇਸ਼ਰ ਦਾ ਧੰਨਵਾਦ ਆ। ਅਸੀਂ ਪਰਮੇਸ਼ਰ ਨੂੰ ਕਦੇ ਨਹੀਂ ਫਟਕਾਉਣਾ। ਮੇਰੇ ਅਜ਼ੀਜ਼ੋ, ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਕੋਈ ਵੀ ਕੰਡੀਸ਼ਨ ਆ ਜਾਵੇ, ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਾਵੇ, ਕਦੇ ਵੀ ਪਰਮੇਸ਼ਰ ਦਾ ਨਿਰਾਦਰ ਨਹੀਂ ਕਰਨਾ, ਪਰਮੇਸ਼ਰ ਨੂੰ ਠੱਠਿਆਂ 'ਚ ਨਹੀਂ ਲਾਉਣਾ, ਪਰਮੇਸ਼ਰ ਨੂੰ ਕਦੀ ਫਿਟਕਾਰਨਾ ਨਹੀਂ। ਮੇਰੇ ਅਜ਼ੀਜ਼ੋ, ਅਯੂਬ ਦੀ ਵੱਲ ਜਦੋਂ ਝਾਤੀ ਮਾਰਦੇ, ਉਹਨੇ ਇੱਕ ਵਾਰੀ ਵੀ ਪਰਮੇਸ਼ਰ ਨੂੰ, ਉਹਦੀ ਜਨਾਨੀ ਨੇ ਵੀ ਉਹਨੂੰ ਕਹਿ ਦਿੱਤਾ, ਇਹ ਕਿਹੜੇ ਪਰਮੇਸ਼ਰ ਦੀ ਗੱਲ ਕਰਦਾ, ਕਹਿੰਦੇ ਉਹਨੂੰ ਫਿਟਕਾਰ ਤੇ ਮਰ ਜਾ, ਇਹ ਗੱਲ ਕੀਤੀ। ਤੇ ਅਯੂਬ ਨੇ ਕੀ ਕਿਹਾ, ਕਹਿੰਦੇ ਚਲੀਆਂ ਤੀਵੀਆਂ ਵਾਂਗੂ ਨਾ ਕਰ, ਕਹਿੰਦੇ ਨਾ ਬੋਲ, ਕਹਿੰਦੇ ਕੀ ਅਸੀਂ ਪਰਮੇਸ਼ਰ ਤੋਂ ਚੰਗਾ ਲਈਏ ਤੇ ਬੁਰਾ ਨਾ ਲਈਏ, ਜਿਸ ਨੇ ਕਹਿੰਦੇ ਦਿਆ ਉਸਨੇ ਹੀ ਲੈ ਲਿਆ, ਉਸਦਾ ਨਾਮ ਮੁਬਾਰਕ। ਧੰਨਵਾਦ ਪਰਮੇਸ਼ਰ ਦਾ। ਇੱਦਾਂ ਦਾ ਵਿਸ਼ਵਾਸ ਅਸੀਂ ਪਰਮੇਸ਼ਰ ਤੋਂ ਮੰਗਣਾ। ਪਿਤਾ ਜੀ, ਸਾਨੂੰ ਵੀ ਇੱਦਾਂ ਦਾ ਵਿਸ਼ਵਾਸ ਦੇ ਪਿਤਾ ਪਰਮੇਸ਼ਰ, ਸਾਡੀ ਨੀਚਾਂ ਨੂੰ ਹੋਰ ਵਧਾ ਸਾਡੀ ਨੀਚਾਂ ਨੂੰ। ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਦੇਖੋ, ਇੱਕ ਗੱਲ ਮੇਰੇ ਅਜ਼ੀਜ਼ੋ, ਇੱਕ ਹੋਰ ਗੱਲ ਕਹਿੰਦੀ ਤੁਹਾਨੂੰ, ਅਗਰ ਤੁਸੀਂ ਦੁੱਖਾਂ 'ਚ ਜਾ ਰਹੇ ਹੋ ਤੁਸੀਂ, ਤੇ ਇਸ ਚੀਜ਼ ਦਾ ਗਰਵ ਕਰੋ। ਅਗਰ ਤੁਹਾਡੇ ਆਸ ਪੜੋਸ ਦੇ ਲੋਕ ਆ, ਉਹ ਸੁਖੀ ਨਾਲ ਵਸਦੇ ਰਹੇ, ਉਹਨਾਂ ਦਾ ਸਾਰਾ ਕੁਝ ਕੰਮ ਸਿੱਧੇ ਹੁੰਦੇ ਆ, ਹਨਾ ਜੀ। ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦਾ ਪਿਤਾ ਜਿਹੜਾ ਸ਼ੈਤਾਨ ਨਹੀਂ, ਪਰ ਮੈਂ ਸਿਰਫ ਇਹੀ ਗੱਲ ਕਹਿੰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਹੋ। ਅਗਰ ਤੁਹਾਡੇ ਤੇ ਕੋਈ ਵਿਪਤਾ ਆਉਂਦੀ ਆ, ਤੁਹਾਡੇ ਤੇ ਕੋਈ ਬਿਮਾਰੀ ਆਉਂਦੀ, ਕੁਝ ਵੀ ਆਉਂਦਾ, ਤੁਹਾਡੇ ਨਾਲ ਕਰਦੇ ਹੈ, ਤੁਸੀਂ ਪਰਮੇਸ਼ਰ ਦੀ ਪ੍ਰਾਰਥਨਾ ਕਰਨੀ ਕਿ ਪਰਮੇਸ਼ਰ ਇਸ ਪਰਖ ਵਿੱਚੋਂ ਸਾਨੂੰ ਕੱਢ, ਇਸ ਪਰਖ ਵਿੱਚੋਂ ਸਾਨੂੰ ਪਾਸ ਕਰਾ, ਵਧੀਆ ਨੰਬਰ ਸਾਡੇ ਆਉਣ ਪਰਖ ਵਿੱਚੋਂ, ਹਨਾ ਜੀ। ਪਰ ਗੱਲ ਇਹ ਕਈ ਵਾਰ ਇੱਦਾਂ ਵੀ ਹੁੰਦਾ ਕਿ ਅਸੀਂ ਪ੍ਰਾਰਥਨਾ 'ਚੋਂ ਹਟ ਜਾਂਦੇ ਹਾਂ, ਸ਼ੈਤਾਨ ਉਹਨਾਂ ਨੂੰ ਮੌਕਾ ਮਿਲ ਜਾਂਦਾ ਸਾਡੇ ਤੇ ਵਾਰ ਕਰਨ ਦਾ। ਇਸ ਕਰਕੇ ਪਰਮੇਸ਼ਰ ਤੋਂ ਆਤਮਾ, ਸਾਮਰਥ ਤੇ ਅਭਿਸ਼ੇਕ ਮੰਗੋ ਪਰਮੇਸ਼ਰ ਤੋਂ, ਕਿ ਪਰਮੇਸ਼ਰ ਸਾਨੂੰ ਆਪਣੇ ਨਾਮ 'ਚ ਵਧਾ, ਸਾਡੇ ਤੋਂ ਜੋ ਕੰਮ ਲੈਣਾ ਤੂੰ ਲੈ। ਠੀਕ ਹੈ ਜੀ, ਅੱਜ ਦਾ ਇਹ ਵਚਨ ਸੀ। ਅਗਲੇ ਸ਼ੁੱਕਰਵਾਰ ਅਸੀਂ ਫਿਰ ਇਸ ਤੋਂ ਅਗਲੇ ਚੈਪਟਰ ਦਾ ਅਧਿਐਨ ਕਰਾਂਗੇ। ਤੇ ਪਰਮੇਸ਼ਰ ਦਾ ਧੰਨਵਾਦ ਹੈ, ਮੈਂ ਪਰਮੇਸ਼ਰ ਨਾਲ ਪ੍ਰੋਮਿਸ ਕੀਤਾ ਕਿ ਹਰੇਕ ਸ਼ੁੱਕਰਵਾਰ ਨੂੰ ਮੈਂ ਵੀਡੀਓ ਪਾਇਆ ਕਰਾਂਗੀ, ਹਰੇਕ ਸ਼ੁੱਕਰਵਾਰ। ਠੀਕ ਹੈ ਜੀ, ਤੁਸੀਂ ਵੀ ਪਰਮੇਸ਼ਰ ਨਾਲ ਇੱਕ ਨੇਮ ਬਣਾਓ ਪਰਮੇਸ਼ਰ ਨਾਲ, ਔਰ ਉਸ ਨੂੰ ਰੂਟੀਨ ਨਾਲ ਫੋਲੋ ਕਰੋ। ਤੁਹਾਡੇ ਸਾਰੇ ਜਿਹੜੇ ਕੰਮ ਜਿਹੜੇ ਨਹੀਂ ਹੋਣ ਵਾਲੇ, ਉਹ ਵੀ ਹੋ ਜਾਣਗੇ ਮੇਰੇ ਅਜ਼ੀਜ਼। ਠੀਕ ਹੈ ਜੀ, ਸਾਰਿਆਂ ਨੂੰ ਜੈ ਮਸੀਹ ਕੀ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇਵੇ, ਹਰੇਕ ਤਰ੍ਹਾਂ ਦੀ ਵਿਪਤਾ 'ਚੋਂ ਤੁਹਾਨੂੰ ਕੱਢੇ, ਔਰ ਤੁਹਾਡੀ ਅੱਛੀ ਸਿਹਤ ਤੰਦਰੁਸਤੀ ਇਸ ਮਸੀਹ ਦੇ ਨਾਮ ਤੇ। ਆਮੀਨ।